ਹਾਂਜੀ ਪਿਆਰੇ ਵਿਦਿਆਰਥੀਓ, ਤਾਂ ਅੱਜ ਆਪਾਂ ਗੱਲ ਕਰਾਂਗੇ ਕੇਂਦਰੀ ਭਾਵ ਦੇ ਪ੍ਰਸ਼ਨ ਬਾਰੇ ਕਿ ਕਿਸੇ ਵੀ ਕਵਿਤਾ ਦਾ ਕੇਂਦਰੀ ਭਾਵ ਲਿਖਣ ਦਾ ਕੀ ਢੰਗ ਹੁੰਦਾ ਜਾਂ ਕਿੰਨਾਂ ਗੱਲਾਂ ਦਾ ਖਿਆਲ ਲਿਖਣ ਸਮੇਂ ਰੱਖੀਦਾ। ਇਸ ਤਰ੍ਹਾਂ ਕਿ ਪਹਿਲਾਂ ਤਾਂ ਆਪਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਕੇਂਦਰੀ ਭਾਵ ਅਸਲ 'ਚ ਕਹਿੰਦੇ ਕਿਹਨੂੰ ਆ, ਕੀ ਹੁੰਦਾ ਕੇਂਦਰੀ ਭਾਵ। ਕੇਂਦਰੀ ਭਾਵ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਅਰਕ, ਨਿਚੋੜ ਜਾਂ ਪੂਰਾ ਉਹਦਾ ਸਾਰ ਤੱਤ, ਕਿ ਸੰਖੇਪ ਦੇ ਵਿੱਚ ਇਸ ਨੂੰ ਆਪਾਂ ਲਿਖਣਾ ਹੁੰਦਾ। ਮੰਨ ਲਓ ਕੋਈ ਕਵਿਤਾ ਵਾ, ਤੁਸੀਂ ਉਦਾਹਰਨ ਦੇ ਤੌਰ 'ਤੇ ਕੋਈ ਵੀ ਕਵਿਤਾ ਲੈ ਸਕਦੇ ਹੋ। ਮੰਨ ਲਓ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ, ਲੰਬੀ ਕਵਿਤਾ ਪੰਜਾਬ ਦੇ ਜਵਾਨ, ਜਾਂ ਭਾਈ ਵੀਰ ਸਿੰਘ ਦੀ ਕਵਿਤਾ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ, ਜਾਂ ਗੁਰਬਾਣੀ ਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕ ਨੇ, ਜਾਂ ਗੁਰੂ ਅਰਜਨ ਸਾਹਿਬ ਦੀ ਰਚਨਾ, ਜਾਂ ਗੁਰੂ ਨਾਨਕ ਸਾਹਿਬ ਦੀ ਰਚਨਾ। ਤਾਂ ਕਵਿਤਾ ਤਾਂ ਕੋਈ ਕਿੰਨੀ ਵੀ ਲੰਬੀ ਹੋ ਸਕਦੀ ਆ। ਮੰਨ ਲਓ 20 ਲਾਈਨਾਂ ਦੀ ਵੀ ਹੋ ਸਕਦੀ ਹੈ, 10 ਲਾਈਨਾਂ ਦੀ ਵੀ ਹੋ ਸਕਦੀ ਹੈ, 2 ਪੇਜ ਦੀ ਵੀ ਹੋ ਸਕਦੀ ਹੈ। ਪਰ ਅਸੀਂ ਇਹ ਦੇਖਣਾ ਹੁੰਦਾ ਕਿ ਇਹਦੇ 'ਚ ਗੱਲ ਕਿਹੜੀ ਕਹੀ ਗਈ ਹੈ ਬਸ। ਕਿਉਂਕਿ ਕਵੀ ਕਈ ਵਾਰ ਆਪਣੀ ਗੱਲ ਨੂੰ ਕਹਿਣ ਵਾਸਤੇ ਉਦਾਹਰਨਾਂ ਲੈ ਲੈਂਦਾ, ਵਿਸ਼ੇਸ਼ਣ ਵਰਤਣ ਲੱਗ ਪੈਂਦਾ, ਅਲੰਕਾਰ ਵਰਤਣ ਲੱਗ ਪੈਂਦਾ, ਹੈ ਨਾ, ਗੱਲ ਨੂੰ ਆਪਣੀ ਨੂੰ ਵਧਾ ਲੈਂਦਾ। ਪਰ ਅਸੀਂ ਇਹ ਦੇਖਣਾ ਹੁੰਦਾ ਕਿ ਉਹ 'ਚ ਗੱਲ ਕਿਹੜੀ ਕਹੀ ਗਈ ਹੈ। ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਕਿ ਮੈਂ ਧਰਮਕੋਟ ਤੋਂ ਜਾਂ ਮੋਗੇ ਤੋਂ ਜਲੰਧਰ ਜਾਣ ਦੀ ਇੱਕ ਕਵਿਤਾ ਲਿਖਣ ਲੱਗ ਪੈਂਦਾ ਵਾਂ, ਠੀਕ ਹੈ। ਤਾਂ ਰਸਤੇ ਦੇ ਵਿੱਚ ਅਸੀਂ ਕਹਿੰਦੇ ਹਾਂ ਮੋਗੇ ਤੋਂ ਮੈਂ ਚੱਲਦਾ, ਰਸਤੇ 'ਚ ਧਰਮਕੋਟ ਆ ਜਾਂਦਾ, ਧਰਮਕੋਟ ਤੋਂ ਅੱਗੇ ਫਿਰ ਇੱਕ ਪੁਲ ਆ ਜਾਂਦਾ, ਫਿਰ ਸ਼ਾਹਕੋਟ ਆ ਜਾਂਦਾ, ਰਸਤੇ 'ਚ ਸਤਲੁਜ ਦਰਿਆ ਪੈਂਦਾ, ਦਰਿਆ ਦੇ ਵਿੱਚ ਬੜਾ ਕੁਛ ਆ, ਖੂਬਸੂਰਤੀ ਆ, ਕੁਦਰਤੀ ਵਾਤਾਵਰਨ ਆ। ਫਿਰ ਉਸ ਤੋਂ ਅਸੀਂ ਅੱਗੇ ਚਲੇ ਜਾਂਦੇ ਹਾਂ, ਹੈ ਨਾ, ਮਲਸੀਆਂ ਆਉਂਦਾ, ਮਲਸੀਆਂ ਦੇ ਵਿੱਚ ਇਸ ਤਰ੍ਹਾਂ ਵਾ ਬਾਜ਼ਾਰ ਆ, ਇਕੱਠ ਆ, ਜਾਂ ਬਾਈਪਾਸ 'ਤੇ ਸੜਕਾਂ ਬਣੀਆਂ ਹੋਈਆਂ। ਫਿਰ ਅੱਗੇ ਨਕੋਦਰ ਆ ਜਾਂਦਾ, ਨਕੋਦਰ ਦੇ ਵਿੱਚ ਰਸ਼ ਆ, ਰਸਤੇ 'ਚ ਆਹ ਜਗ੍ਹਾ ਦੇਖਣ ਨੂੰ ਮਿਲਦੀਆਂ। ਫਿਰ ਅੱਗੇ ਜਲੰਧਰ ਆਉਂਦਾ, ਜਲੰਧਰ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਅਲੱਗ-ਅਲੱਗ ਚੌਂਕ ਆਉਂਦੇ ਆ, ਫਿਰ ਅੱਗੇ ਜਾ ਕੇ ਬੱਸ ਸਟੈਂਡ ਆਉਂਦਾ। ਤਾਂ ਇਹ ਮੈਂ ਸਾਰਾ ਲਿਖਦਾ। ਹੁਣ ਉਹਨੂੰ ਤਾਂ ਮੈਂ ਜਿੰਨਾ ਮਰਜ਼ੀ ਵਧਾ ਲਾਂ। ਮੰਨ ਲਓ ਧਰਮਕੋਟ ਤੋਂ ਸ਼ਾਹਕੋਟ ਦੇ ਵਿੱਚ ਹੀ ਕਿੰਨਾ ਕੁਛ ਆਉਂਦਾ, ਮੈਂ ਉਹ ਸਾਰਾ ਵੀ ਲਿਖ ਸਕਦਾ ਵਾਂ। ਕਿੰਨਾ ਤੁਸੀਂ ਲਿਖੀ ਜਾਓ। ਪਰ ਜਦੋਂ ਤੁਹਾਨੂੰ ਮੰਨ ਲਓ ਇਸ ਕਵਿਤਾ ਦਾ ਕੇਂਦਰੀ ਭਾਵ ਲਿਖਣ ਨੂੰ ਕਿਹਾ ਜਾਊਗਾ, ਤਾਂ ਤੁਸੀਂ ਕੇਂਦਰੀ ਭਾਵ 'ਚ ਇਹੀ ਦੱਸਣਾ ਕਿ ਲੇਖਕ ਨੇ ਇਹਦੇ ਵਿੱਚ ਮੋਗੇ ਤੋਂ ਜਲੰਧਰ ਦੀ ਯਾਤਰਾ ਦਾ ਵਰਣਨ ਕੀਤਾ ਅਤੇ ਵੱਖ-ਵੱਖ ਦ੍ਰਿਸ਼ਾਂ ਨੂੰ ਖੂਬਸੂਰਤੀ ਨਾਲ ਚਿਤਰਿਆ ਹੈ। ਬਸ ਇਹ ਤੁਹਾਡਾ ਕੇਂਦਰੀ ਭਾਵ ਹੋ ਗਿਆ। ਇੱਕ ਇਹ ਹੁੰਦਾ ਕਿ ਕੇਂਦਰੀ ਭਾਵ ਦੀ ਜਿਹੜੀ ਲੈਂਥ ਜਾਂ ਲੰਬਾਈ ਆ ਨਾ, ਅਸੀਂ ਉਹ 3 ਕੁ ਲਾਈਨਾਂ ਹੀ ਰੱਖਣੀ ਹੁੰਦੀ ਹੈ, ਵੱਧ ਤੋਂ ਵੱਧ 3 ਸਾਢੇ 3 ਲਾਈਨਾਂ। ਇੰਨੇ ਕੁ 'ਚ ਹੀ ਕੇਂਦਰੀ ਭਾਵ ਲਿਖਿਆ ਜਾਂਦਾ। ਕਿਉਂਕਿ ਜੇ ਅਸੀਂ ਲੰਬਾ ਲਿਖਣ ਲੱਗ ਜਾਵਾਂਗੇ ਸਾਰ ਵਾਂਗੂ, ਤਾਂ ਫਿਰ ਉਹ ਸਾਰ ਹੋ ਗਿਆ, ਕੇਂਦਰੀ ਭਾਵ ਨਾ ਰਹਿ ਗਿਆ। ਕੇਂਦਰੀ ਭਾਵ ਦੇ ਵਿੱਚ ਅਸੀਂ ਕੋਈ ਉਦਾਹਰਨ ਨਹੀਂ ਦੇਣੀ ਹੁੰਦੀ, ਕੋਈ ਕਿਸੇ ਗੱਲ ਨੂੰ ਰਿਪੀਟ ਨਹੀਂ ਕਰਨਾ ਹੁੰਦਾ, ਦੁਹਰਾਓ ਤੋਂ ਬਚਣਾ ਹੁੰਦਾ, ਅਤੇ ਕੋਸ਼ਿਸ਼ ਕਰਨੀ ਹੁੰਦੀ ਆ ਵਾਕ ਲੰਬਾ ਬਣਾਈਏ। ਮਤਲਬ ਕੌਮਾ ਲਾ ਕੇ ਆਪਣੀ ਗੱਲ ਨੂੰ ਵਧਾ ਲਈਏ, ਡੰਡੀਆਂ ਵੀ 1-2 ਹੀ ਪਾਈਏ। ਵਧੀਆ ਕੇਂਦਰੀ ਭਾਵ ਦੀ ਤਾਂ ਨਿਸ਼ਾਨੀ ਹੁੰਦੀ ਆ ਕਿ ਅਸੀਂ ਇੱਕ ਲੰਬੇ ਵਾਕ ਦੇ ਵਿੱਚ ਗੱਲ ਨੂੰ ਸਮੇਟ ਦਈਏ ਵੀ ਆਹ ਗੱਲ ਆ ਜੀ ਕਵਿਤਾ ਦੇ ਵਿੱਚ। ਹੁਣ ਇਹ ਆ ਕਿ ਹਰੇਕ ਮੰਨ ਲਓ ਜਿਵੇਂ ਹੁਣ ਤੁਸੀਂ ਇਹਨਾਂ ਕਲਾਸਾਂ ਦੇ ਵਿੱਚ ਇਹ ਤਾਂ ਸੰਭਵ ਨਹੀਂ ਹੈ ਕਿ ਤੁਸੀਂ ਸਾਰੇ ਕਵੀਆਂ ਦੀਆਂ ਸਾਰੀਆਂ ਕਵਿਤਾਵਾਂ ਤੁਹਾਨੂੰ ਯਾਦ ਹੋਣ। ਤਾਂ ਉਹਦੇ 'ਚ ਇਹ ਹੈ ਕਿ ਤੁਹਾਨੂੰ ਕੁਛ ਕਵੀਆਂ ਦਾ ਸੁਭਾਅ ਪਤਾ ਹੋਣਾ ਚਾਹੀਦਾ। ਸੁਭਾਅ ਮਤਲਬ ਕਿ ਉਹ ਕਿਸ ਸ਼ੈਲੀ ਜਾਂ ਕਿਸ ਵਿਸ਼ਿਆਂ ਦੇ ਬਾਰੇ ਜ਼ਿਆਦਾ ਲਿਖਦੇ ਆ। ਫਿਰ ਤੁਸੀਂ ਕਿਸੇ ਵੀ ਕਵਿਤਾ ਦਾ ਕੇਂਦਰੀ ਭਾਵ ਲਿਖ ਦੋਗੇ। ਮੰਨ ਲਓ ਜੇ ਅਸੀਂ ਗੱਲ ਕਰਦੇ ਹਾਂ ਤਾਂ ਭਾਈ ਵੀਰ ਸਿੰਘ ਬਾਰੇ ਤੁਸੀਂ ਇਹ ਚੰਗੀ ਤਰ੍ਹਾਂ ਗੱਲ ਸਮਝ ਲਓ ਕਿ ਉਹ ਕੁਦਰਤ ਦਾ ਕਵੀ ਆ, ਕੁਦਰਤ ਦਾ ਮਾਨਵੀਕਰਨ ਕਰਦਾ ਅਤੇ ਕੁਦਰਤ ਦੀ ਦੇਖ ਰੇਖ ਜਾਂ ਸਾਂਭ ਸੰਭਾਲ ਦੀ ਗੱਲ ਕਰਦਾ, ਹੈ ਨਾ, ਜ਼ਿਆਦਾਤਰ ਇਸ ਤਰ੍ਹਾਂ ਦੀ ਗੱਲ ਕਰਦਾ। ਤਾਂ ਜੇ ਤੁਹਾਨੂੰ
पूरी कविता नहीं याद, तुहानूं ये पता भी ये फलाने बंदे की कविता, तो ये गल तुसीं बिना झिझक लिख सकते हो। इस तरह ही जे हुण मान लो आपां शिव कुमार बटालवी बारे गल करते हैं, तो शिव कुमार बटालवी जिहड़ा हैगा बिरहा दा कवि है, विछोड़े की गल करदा, हिजर की गल करदा, तो ये गल तुसीं लिख सकते हो कि इस विच कवि ने पंजाबी प्रतीकां बिंबां राहीं बिरहा विछोड़े की दर्द नूं बहुत खूबसूरती नाल चितरिया है। तो जिमें आपां कहने आ कि हर एक बिल्डिंग जिहड़ियां इमारतां बणीਆਂ ਹੁੰਦੀਆਂ हर एक की दिख वक्री वक्री ਹੁੰਦੀ है, ਹੁੰਦੀਆਂ सारियां ਉਹ इमारतां ही आ। ਇੱਦਾਂ ही ਗੱਡੀਆਂ ਦੇ मॉडल ने, ਉਹਨਾਂ ਦਾ ਅਲੱਗ-ਅਲੱਗ ਦਿੱਖ ਆ, ਉਹਨਾਂ ਦੀ ਹੈਗੀਆਂ ਸਾਰੀਆਂ ਗੱਡੀਆਂ ਹੀ ਨੇ। ਹੁਣ ਇਸੇ ਤਰ੍ਹਾਂ ਹੈਗੀਆਂ ਸਾਰੀਆਂ ਹੀ ਕਵਿਤਾਵਾਂ ਨੇ ਤੇ ਸਾਰੇ ਹੀ ਕਵੀ ਨੇ, ਪਰ ਹਰ ਇੱਕ ਦੀ ਆਪੋ ਆਪਣੀ ਨੇਚਰ ਜਾਂ ਵਿਸ਼ਾ ਵਾ। ਅਤੇ ਜ਼ਿਆਦਾਤਰ ਕਵੀ ਜਿਹੜੇ ਆ ਨਾ ਆਪਣੇ ਮਨਪਸੰਦ ਵਿਸ਼ਿਆਂ ਦੇ ਆਲੇ ਦੁਆਲੇ ਰਹਿੰਦੇ ਆ। ਜਿਵੇਂ ਹੁਣ ਪਾਸ਼ ਦੀ ਗੱਲ ਕਰੀਏ ਆਪਾਂ, ਤਾਂ ਪਾਸ਼ ਜਿਹੜਾ ਹੈਗਾ ਜੁਝਾਰਵਾਦੀ ਕਵੀ ਆ, ਅਤੇ ਉਹ ਚਾਹੁੰਦਾ ਹੁੰਦਾ ਵੀ ਜਿਹੜੇ ਵਿਦਵਾਨ ਆ ਸਿਰਫ ਕਵਿਤਾਵਾਂ ਨਾ ਲਿਖਣ, ਉਹ ਲੋਕਾਂ ਦੇ ਸੰਘਰਸ਼ ਦੇ ਨਾਲ ਜੁੜਨ। ਤਾਂ ਇਹ ਤੁਸੀਂ ਗੱਲ ਅੱਖਾਂ ਮੀਚ ਕੇ ਲਿਖ ਸਕਦੇ ਹੋ ਪਾਸ਼ ਬਾਰੇ। ਉਹਦੀ ਕੋਈ ਵੀ ਕਵਿਤਾ ਹੋਵੇ ਕਿ ਇਸ ਕਵਿਤਾ ਵਿੱਚ ਮਤਲਬ ਜਿਹੜਾ ਜਦੋਂ ਕੇਂਦਰੀ ਭਾਵ ਲਿਖਣਾ ਕਿ ਕਵੀ ਨੇ, ਜੇ ਤੁਹਾਨੂੰ ਨਾ ਪਤਾ ਵਾ ਤਾਂ ਕਵੀ ਦਾ ਨਾਮ ਲਿਖ ਵੀ ਸਕਦੇ ਹੋ ਕੇਂਦਰੀ ਭਾਵ 'ਚ, ਕਿ ਅਵਤਾਰ ਸਿੰਘ ਪਾਸ਼ ਨੇ ਆਪਣੀ ਇਸ ਕਵਿਤਾ ਵਿੱਚ ਲੋਕ ਸੰਘਰਸ਼ ਦੀ ਗੱਲ ਕੀਤੀ ਹੈ ਅਤੇ ਸਾਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਸੁਚੇਤ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਦੂਸਰਿਆਂ ਦੇ ਲੋਕ ਸੰਘਰਸ਼ਾਂ ਦੇ ਨਾਲ ਮਿਲ ਕੇ ਲੋਕਾਂ ਦੀ ਜਿੱਤ ਕਰਨੀ ਚਾਹੀਦੀ ਆ। ਤਾਂ ਇਹ ਉਹਦੀ ਕਿਸੇ ਵੀ ਕਵਿਤਾ 'ਤੇ ਪੂਰੀ ਢੁੱਕ ਸਕਦੀ ਹੈ। ਮਤਲਬ ਮੈਂ ਸਾਰੀਆਂ ਤਾਂ ਨਹੀਂ ਕਹਿੰਦਾ, ਪਰ ਜ਼ਿਆਦਾਤਰ ਜਿਹੜੇ ਹੈਗੇ ਨੇ ਉਹ ਲੋਕ ਸੰਘਰਸ਼ ਦੀ ਗੱਲ ਕਰਦਾ ਵਾ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਗੁਰਮਤਿ ਕਾਵਿ ਦੀ ਗੱਲ ਕਰਦੇ ਹਾਂ, ਹੁਣ ਗੁਰਮਤਿ ਕਾਵਿ ਦੇ ਵਿੱਚ ਨਾਨਕ ਸਾਹਿਬ ਦੀ ਬਾਣੀ ਲੈ ਲਓ, ਗੁਰੂ ਅਰਜਨ ਸਾਹਿਬ ਦੀ ਬਾਣੀ ਲੈ ਲਓ, ਠੀਕ ਹੈ ਜੀ, ਸ਼ੇਖ ਫਰੀਦ ਹੋਰਾਂ ਦੇ ਸ਼ਲੋਕ ਲੈ ਲਓ ਜਾਂ ਦੂਸਰੇ ਗੁਰੂ ਸਾਹਿਬਾਨ ਦੀ ਬਾਣੀ ਲੈ ਲਓ। ਅਤੇ ਇਹਦੇ 'ਚ ਕੀ ਕਿਹਾ ਗਿਆ ਸਾਨੂੰ? ਇਸ ਵਿੱਚ ਗੁਰਮਤਿ ਕਾਵਿ ਵਿੱਚ ਮੰਨ ਲਓ ਨਾਨਕ ਸਾਹਿਬ ਦੀ ਕੋਈ ਬਾਣੀ ਆਉਂਦੀ ਹੈ, ਇਸ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ ਹੈ ਅਤੇ ਇਨਸਾਨ ਨੂੰ ਪਰਮਾਤਮਾ ਦਾ ਸਿਮਰਨ ਕਰਨ ਵੱਲ ਪ੍ਰੇਰਿਆ ਗਿਆ ਹੈ। ਸਾਡੇ ਸਰੀਰ ਦੀ ਨਾਸ਼ਮਾਨਤਾ ਦੀ ਗੱਲ ਕੀਤੀ ਗਈ ਹੈ ਕਿ ਸਰੀਰ ਨਾਸ਼ਮਾਨ ਹੈ, ਥੋੜ੍ਹੇ ਚਿਰ ਬਾਅਦ ਖਤਮ ਹੋ ਜਾਣਾ ਹੈ ਅਤੇ ਸਾਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਅੱਛੇ ਕਰਮ ਕਰਨੇ ਚਾਹੀਦੇ ਹਨ। ਹੁਣ ਇਸ ਤੋਂ ਬਿਨਾਂ ਤੁਸੀਂ ਬਾਕੀ ਸਾਰੇ ਗੁਰਮਤਿ ਇਸੇ ਚੀਜ਼ ਦੀ ਵਿਆਖਿਆ ਹੀ ਹੈ। ਤਾਂ ਇਹ ਤੁਸੀਂ ਮੰਨ ਲਓ ਕੋਈ ਨਾਨਕ ਸਾਹਿਬ ਦੀ ਕਵਿਤਾ ਬਾਰੇ ਗੱਲ ਆ, ਕਿਉਂਕਿ ਮੈਂ ਇਹ ਜਿਹੜਾ ਲੈਕਚਰ ਆ ਉਹ ਇਕੱਠਾ ਹੀ ਮੈਂ ਸਾਰੀਆਂ ਹੀ ਕਵਿਤਾਵਾਂ ਬਾਰੇ ਤੁਹਾਨੂੰ ਦੱਸ ਰਿਹਾ ਕਿ ਕਿਸੇ ਵੀ ਕਵਿਤਾ ਦਾ ਕੇਂਦਰੀ ਭਾਵ ਲਿਖਣਾ ਕਿਵੇਂ ਆ। ਕਿਉਂਕਿ ਮੈਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਇਹ ਤਾਂ ਸੰਭਵ ਨਹੀਂ ਹੈ ਕਿ ਤੁਸੀਂ ਸਾਰੇ ਕਵੀਆਂ ਦੀਆਂ ਸਾਰੀਆਂ ਕਵਿਤਾਵਾਂ ਯਾਦ ਕਰ ਲਓ। ਤਾਂ ਉਸ ਕਵਿਤਾ ਨੂੰ ਜਦੋਂ ਤੁਹਾਡੇ ਮਾਈਂਡ 'ਚ ਆ ਗਈ ਐਜ ਇਟ ਇਜ਼ ਕਵਿਤਾ ਤਾਂ ਨਹੀਂ ਤੁਹਾਨੂੰ ਯਾਦ ਹੋ ਸਕਦੀ, ਪਰ ਤੁਹਾਨੂੰ ਥੋਟ ਥੋੜ੍ਹਾ ਜਿਹਾ ਸਮਝ ਆਊਗਾ ਵੀ ਇਹ ਕਵਿਤਾ 'ਚ ਕੀ ਕਿਹਾ ਗਿਆ ਸੀ। ਅਤੇ ਜੇ ਨਹੀਂ ਤੁਹਾਨੂੰ ਯਾਦ ਆ ਰਿਹਾ ਤਾਂ ਫਿਰ ਇਹ ਦੇਖੋ ਕਿ ਇਹ ਕਿਹੜੀ ਕਵਿਤਾ ਆ। ਮੰਨ ਲਓ ਗੁਰਮਤਿ ਕਾਵਿ ਆ, ਤਾਂ ਗੁਰਮਤਿ ਕਾਵਿ ਦੇ ਵਿੱਚ ਹੁਣ ਨਾਨਕ ਸਾਹਿਬ ਦੀ ਕਵਿਤਾ ਆ ਗਈ, ਤਾਂ ਤੁਸੀਂ ਅੱਖਾਂ ਮੀਚ ਕੇ ਇਹ ਗੱਲਾਂ ਲਿਖ ਸਕਦੇ ਹੋ ਕਿ ਇਸ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ ਹੈ ਅਤੇ ਜੋ ਮੈਂ ਪਹਿਲਾਂ ਦੱਸਿਆ ਉਸ ਤਰ੍ਹਾਂ ਤੁਸੀਂ ਉਹ ਲਿਖ ਸਕਦੇ ਹੋ। ਤਾਂ ਇਹ ਹੈ ਕੇਂਦਰੀ ਭਾਵ ਲਿਖਣ ਦਾ ਢੰਗ। ਕੇਂਦਰੀ ਭਾਵ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਨਿਚੋੜ, ਕਿ ਕਵੀ ਕਹਿਣਾ ਕੀ ਚਾਹੁੰਦਾ। ਮੰਨ ਲਓ ਆਪਾਂ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਵੀ ਭਾਈ ਵੀਰ ਸਿੰਘ ਨੇ ਕਵਿਤਾ ਲਿਖਤੀ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ। ਉਹ ਜੇ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਨਾਂ ਵੀ ਲਿਖਦਾ, ਠੀਕ ਹੈ, ਉਹ ਕਿਸੇ ਹੋਰ ਦੇ ਕਿਸੇ ਦਰਖਤ ਬਾਰੇ ਲਿਖ ਦਿੰਦਾ ਕਿ ਇੱਕ ਦਰਖਤ ਕਿਸੇ ਆਰਾ ਚਲਾਉਣ ਵਾਲੇ ਨੂੰ ਜਾਂ ਵੱਢਣ ਵਾਲੇ ਨੂੰ ਕਹਿ ਰਿਹਾ ਕਿ ਤੂੰ ਮੈਨੂੰ ਵੱਢ ਨਾ, ਜੇ ਵੱਢ ਕੇ ਲੈ ਜਾਏਗਾ ਤਾਂ ਮੇਰੀ ਲੱਕੜ ਤੇਰੇ ਥੋੜ੍ਹੇ ਕੰਮ ਹੀ ਆਊਗੀ, ਅਤੇ ਜੇ ਮੈਂ ਇਸ ਤਰ੍ਹਾਂ ਲੱਗਿਆ ਰਹਿੰਦਾ ਮੈਂ ਕਿੰਨੀ ਆਕਸੀਜਨ ਵੰਡ ਰਿਹਾ ਵਾਂ, ਕਿੰਨੇ ਮੇਰੇ 'ਤੇ ਪੰਛੀਆਂ ਨੇ ਆਲ੍ਹਣੇ ਪਾਏ ਹੋਏ ਆ, ਕਿੰਨਾ ਜਿਹੜਾ ਹੈਗਾ ਮੈਂ ਧਰਤੀ ਨੂੰ ਭੁਚਾਲਾਂ ਤੋਂ ਹੜ੍ਹਾਂ ਤੋਂ ਬਚਾ ਰਿਹਾ, ਕਿੰਨੇ ਕੋਈ ਰਾਹੀ ਪਾਂਧੀ ਮੇਰੇ ਨੀਚੇ ਗਰਮੀਆਂ 'ਚ ਆ ਕੇ ਬੈਠ ਜਾਂਦੇ ਆ, ਛਾਂ ਲੈਂਦੇ ਆ। ਤਾਂ ਉਹ ਇਹ ਮੈਟਰ ਨਹੀਂ ਕਰਦਾ ਵੀ ਉਹ ਉਦਾਹਰਨਾਂ ਕਿਹੜੀਆਂ ਲੈ ਰਿਹਾ ਜਾਂ ਕਿਸ ਤਰ੍ਹਾਂ ਗੱਲ ਕਰ ਰਿਹਾ। ਕੇਂਦਰੀ ਭਾਵ ਦੇ ਵਿੱਚ ਕੇਂਦਰੀ ਭਾਵ 'ਚ ਇਹ ਮੈਟਰ ਕਰਦਾ ਕਿ ਉਹ ਕਹਿਣਾ ਕੀ ਚਾਹੁੰਦਾ। ਇੱਥੇ ਵੀ ਅਸੀਂ ਕੇਂਦਰੀ ਭਾਵ ਹੀ ਲਿਖਾਂਗੇ
कि भाई वीर सिंह जे वो दरख्त की भी गल कर लेंदा तां भी केंद्री भाव यही बनना सी भी वो कुदरत की साਂभ संभाल की गल करदा ते सानू प्रेरणा करदा कि सानू कुदरत नूं संभाल के रखना चाहिए। तो ये आ असी मतलब थॉट देखना कि कवि के मन च थॉट की आ, बस वो किवें सिरजदा वा, ये असी केंद्री भाव च नहीं देखना। ये असी देखना वा प्रसंग सहित व्याख्या च, जां असी देखना वा सार लिखते समय कि वो किवें लिखदा वा, किस तरह करदा वा। तो केंद्री भाव च असी फोकस करना कि वो मन च थॉट की आ, वो थॉट लिखना असी। वो किहड़ियां उदाहरणां दिंदा, किवें मूहरे लिखदा, इस चीज़ नूं केंद्री भाव च असी मैटर नहीं करना। तो मेरा ख्याल आ काफ़ी ये गल तुहाडे समझ च आ गई होनी आ कि इस नूं आपां संखेप तो संखेप लिखना, कोई इहदे च पैरा नहीं बदलना। जे एक बारी शुरू कर लिया 2-3 लाइनां लिख के बस, कोई पैरा बनाउण दी लोड़ नहीं है, कोई लंबियां उदाहरणां देण दी लोड़ नहीं है, कोई दोहराओ करन दी लोड़ नहीं है। ਤਾਂ ਜੇਕਰ ਆਪਾਂ ਇਹਨਾਂ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਜ਼ਰੂਰ ਅਸੀਂ ਇਸ ਨੂੰ ਪ੍ਰਸ਼ਨ ਨੂੰ ਸਹੀ ਤਰ੍ਹਾਂ ਤੋਂ ਲਿਖ ਹੀ ਸਕਾਂਗੇ। ਨਾਲ ਦੀ ਨਾਲ ਹੀ ਅਸੀਂ ਹੋਰ ਕਦੇ ਵੀ ਲਾਈਫ ਦੇ ਵਿੱਚ ਕਿਸੇ ਚੀਜ਼ ਦੀ ਸੰਖੇਪ ਸਾਨੂੰ ਉਹਦੇ ਬਾਰੇ ਲਿਖਣ ਦੀ ਲੋੜ ਪੈ ਗਈ ਜਾਂ ਉਹਨੂੰ ਸਮਝਣ ਦੀ ਲੋੜ ਪੈ ਗਈ ਤਾਂ ਅਸੀਂ ਇਸ ਨਜ਼ਰੀਏ ਨਾਲ ਉਹਨੂੰ ਸਮਝ ਸਕਦੇ ਹਾਂ। ਬਾਕੀ ਇਸੇ ਤਰ੍ਹਾਂ ਆਪਾਂ ਹੋਰ ਪ੍ਰਸ਼ਨਾਂ ਬਾਰੇ ਸਟੈਪ ਬਾਏ ਸਟੈਪ ਗੱਲ ਕਰਦੇ ਰਹਾਂਗੇ। ਥੈਂਕ ਯੂ, ਧੰਨਵਾਦ।